हाँ जी, इस वीडियो ਦੇ ਵਿੱਚ ਆਪਾਂ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਬਾਰੇ ਪੜਾਂਗੇ। ਸੋ ਇਸ ਤੋਂ ਪਹਿਲਾਂ ਸਾਰੇ ਹੀ ਸਿਖਿਆਰਥੀਆਂ ਨੂੰ ਇੱਕ ਗੁਜ਼ਾਰਿਸ਼ ਹੈ, ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਮਾਸਟਰ ਕੇਡਰ ਪੰਜਾਬੀ, ਇਲੈਕਟਿਵ ਪੰਜਾਬੀ, PTET, CTET, UGC ਨੈਟ ਦੀ ਜਾਂ ਕਿਸੇ ਹੋਰ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ ਜਿੱਥੇ ਪੰਜਾਬੀ ਦਾ ਵਿਸ਼ਾ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ ਤਾਂ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ। ਅਤੇ ਇੱਕ ਪੂਰੀ ਕੋਸ਼ਿਸ਼ ਹੈ ਵੀ ਤੁਹਾਨੂੰ ਜਿਹੜਾ ਵਿਸ਼ਾ ਹੈ ਉਹ ਡਿਟੇਲ ਦੇ ਵਿੱਚ ਕਰਵਾਇਆ ਜਾਊਗਾ ਕਿਉਂਕਿ ਗੁਰਮੁਖੀ ਲਿਪੀ ਦਾ ਜਿਹੜਾ ਨਿਕਾਸ ਅਤੇ ਵਿਕਾਸ ਹੈ ਇਹ MA ਪੰਜਾਬੀ, BA BEd ਦੇ ਸਟੂਡੈਂਟਸ ਨੂੰ ਅਤੇ BA ਜਿਹੜਾ BA ਰੈਗੂਲਰ ਕਰ ਰਹੇ ਨੇ ਬੱਚੇ ਉਹਨਾਂ ਦੇ ਵੀ ਸਿਲੇਬਸ ਦਾ ਇੱਕ ਹਿੱਸਾ ਹੈ। ਸੋ ਸ਼ੁਰੂ ਕਰਦੇ ਹਾਂ, ਗੁਰਮੁਖੀ ਲਿਪੀ ਕੀ ਹੁੰਦੀ ਹੈ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਲਿਪੀ ਕੀ ਹੈ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿਸੇ ਵੀ ਭਾਸ਼ਾ ਨੂੰ ਲਿਖਣ ਦੇ ਲਈ ਜੋ ਚਿੰਨ੍ਹ ਘੜੇ ਜਾਂਦੇ ਨੇ ਉਹਨਾਂ ਨੂੰ ਆਪਾਂ ਲਿਪੀ ਕਹਿੰਦੇ ਹਾਂ। ਸੋ ਪਹਿਲਾਂ ਸਾਰਿਆਂ ਨੂੰ ਪਤਾ ਮਨੁੱਖ ਜੰਗਲ ਦੇ ਵਿੱਚ ਰਹਿੰਦਾ ਸੀ ਅਤੇ ਉਹ ਆਪਣੀਆਂ ਗੱਲਾਂ ਬਾਤਾਂ, ਆਪਣੇ ਵਿਚਾਰ, ਆਪਣੇ ਭਾਵਾਂ ਨੂੰ ਬੋਲ ਕੇ ਚੀਕਾਂ ਨਾਲ, ਆਵਾਜ਼ਾਂ ਨਾਲ, ਸੰਕੇਤਾਂ ਨਾਲ ਅਤੇ ਇਸ਼ਾਰਿਆਂ ਦੇ ਨਾਲ ਜਿਹੜਾ ਇੱਕ ਦੂਜੇ ਤੱਕ ਪਹੁੰਚਾਉਂਦਾ ਸੀ। ਸੋ ਜਿਵੇਂ ਮੈਂ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸਾਂ ਤਾਂ ਜਿਵੇਂ ਗੰਢ ਲਿਪੀ, ਕੋਈ ਚੀਜ਼ਾਂ ਜਿਵੇਂ ਖੁਸ਼ੀ ਦੇ ਸਮੇਂ, ਦੁੱਖ ਦੇ ਸਮੇਂ, ਮੌਤ ਦੇ ਸਮੇਂ ਜਿਹੜੀਆਂ ਗੰਢਾਂ, ਸਿੱਪੀਆਂ ਅਤੇ ਹੋਰ ਬਹੁਤ ਮਣਕਿਆਂ ਦਾ ਜਿਹੜੀ ਵਰਤੋਂ ਕੀਤੀ ਜਾਂਦੀ ਸੀ। ਹੌਲੀ ਹੌਲੀ ਮਨੁੱਖ ਜਿਵੇਂ ਹੀ ਵਿਕਸਿਤ ਹੋਇਆ ਤਾਂ ਉਸਨੇ ਗੰਢ ਲਿਪੀ ਤੋਂ ਬਾਅਦ ਚਿੱਤਰ ਲਿਪੀ ਦੇ ਵਿੱਚ ਜਿਹੜਾ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ ਭਾਸ਼ਾ ਨੂੰ। ਹੌਲੀ ਹੌਲੀ ਉਹ ਦਰੱਖਤਾਂ ਦੀਆਂ ਛਿੱਲਾਂ ਜਾਂ ਦਰੱਖਤਾਂ ਦੇ ਉੱਪਰ ਜਾਂ ਧਰਤੀ ਦੇ ਉੱਪਰ ਡਰੋ ਕਰਕੇ ਜਿਹੜਾ ਉਹ ਆਪਣੀਆਂ ਗੱਲਬਾਤ ਦੂਸਰੇ ਮਨੁੱਖ ਤੱਕ ਪਹੁੰਚਾਉਂਦਾ ਸੀ। ਹੌਲੀ ਹੌਲੀ ਜਿਵੇਂ ਆਪਾਂ ਕਹਿ ਸਕਦੇ ਹਾਂ ਲਿਪੀ ਜਿਹੜਾ ਸ਼ਬਦ ਹੈ ਇਹ ਲੇਪੀ ਹੋਈ, ਜਿਵੇਂ ਆਪਾਂ ਕਿਸੇ ਚੀਜ਼ ਨੂੰ ਲੇਪਦੇ ਹਾਂ ਤਾਂ ਉੱਥੋਂ ਇਹ ਸ਼ਬਦ ਜਿਹੜਾ ਡਿਵੈਲਪ ਹੋਇਆ। ਸੋ ਆਪਣਾ ਜਿਹੜਾ ਮੁੱਖ ਵਿਸ਼ਾ ਹੈ ਉਹ ਗੁਰਮੁਖੀ ਲਿਪੀ ਆ। ਗੁਰਮੁਖੀ ਲਿਪੀ ਦੇ ਵਿੱਚ ਸਾਰਿਆਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਵੀ ਲਿਪੀ ਹੈ ਜਿਹੜੀ ਗੁਰਮੁਖੀ ਲਿਪੀ ਇਹਦਾ ਨਾਮ ਗੁਰ ਦੇ ਮੁੱਖੋਂ ਨਿਕਲੀ ਵੀ ਇਹਦੇ ਵਿੱਚ ਗੁਰੂਆਂ ਨੇ ਬਣਾਈ ਹੈ। ਤਾਂ ਪਰ ਇੱਥੇ ਇਹ ਗੱਲ ਆਪਾਂ ਨਹੀਂ ਮੰਨ ਸਕਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਲਈ ਸਾਨੂੰ ਇੱਕ ਆਦਰਸ਼ ਲਿਪੀ ਦੀ ਲੋੜ ਸੀ। ਤਾਂ ਗੁਰੂ ਅੰਗਦ ਦੇਵ ਜੀ ਨੇ ਲਿਪੀ ਨੂੰ ਜਿਹੜਾ ਪੰਜਾਬੀ ਭਾਸ਼ਾ ਨੂੰ ਇੱਕ ਸੋਧ ਕੇ ਆਦਰਸ਼ ਲਿਪੀ ਬਣਾਇਆ। ਉਹਨਾਂ ਨੇ 35 ਘੜੀ ਜਿਹਦੇ ਵਿੱਚੋਂ ਕਾਫੀ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਜਿਹੜੇ ਚੁਣੇ ਗਏ, ਜਿਵੇਂ ਟਾਕਰੀ ਦੇ ਵਿੱਚੋਂ 15 ਅੱਖਰ ਲਏ ਗਏ ਅਤੇ ਸ਼ਾਰਦਾ ਵਿੱਚੋਂ 7 ਅੱਖਰ ਲਏ ਗਏ। ਬਾਕੀ ਅਸੀਂ ਗੱਲ ਕਰੀਏ ਭਾਸ਼ਾਵਾਂ ਦਾ ਜਿਹੜਾ ਇਤਿਹਾਸ ਬਹੁਤ ਪੁਰਾਣਾ ਹੈ, ਜਿਵੇਂ ਬ੍ਰਹਮੀ ਪਰਿਵਾਰ ਦੇ ਵਿੱਚੋਂ ਇਹ ਜਿਹੜਾ ਪੈਦਾ ਹੋਈ ਹੈ। ਸੋ ਜੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਜ਼ਿਆਦਾ ਲੰਬਾ ਨਹੀਂ ਕਰਦੀ ਗੱਲ ਤਾਂ ਪਹਿਲਾਂ ਤੁਹਾਨੂੰ ਜਿਵੇਂ ਦੱਸ ਦਿੰਦੀ ਹਾਂ ਜਿਵੇਂ ਵੈਦਿਕ ਅਤੇ ਸੰਸਕ੍ਰਿਤੀ ਭਾਸ਼ਾਵਾਂ ਸਭ ਤੋਂ ਪਹਿਲਾਂ ਉਤਪੰਨ ਹੋਈਆਂ, ਪਰ ਉਹਨਾਂ ਦੇ ਵਿੱਚ ਵੇਦ, ਧਾਰਮਿਕ ਗ੍ਰੰਥ ਲਿਖੇ ਹੋਣ ਕਰਕੇ ਉਹਨਾਂ ਨੂੰ ਵਿਆਕਰਨ ਤੌਰ 'ਤੇ ਨਿਯਮਬੱਧ ਕੀਤਾ ਗਿਆ ਅਤੇ ਪਰ ਉਹ ਆਮ ਲੋਕਾਂ ਤੋਂ ਦੂਰ ਹੋ ਗਈ। ਉਸ ਤੋਂ ਬਾਅਦ ਆਮ ਲੋਕਾਂ ਨੇ ਜਿਹੜੀ ਪ੍ਰਾਕ੍ਰਿਤਾਂ ਵਿਕਸਿਤ ਕੀਤੀਆਂ ਆਪਣੀਆਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਬਟ ਉਹਦੇ ਵਿੱਚ ਵੀ ਕਾਫੀ ਗ੍ਰੰਥ ਲਿਖੇ ਗਏ ਬੁੱਧ ਧਰਮ ਦੇ ਨਾਲ ਸੰਬੰਧਿਤ, ਤਾਂ ਉਹ ਵੀ ਆਮ ਲੋਕਾਂ ਤੋਂ ਦੂਰ ਹੋ ਗਈ। ਭਾਵ ਜਿਹੜੀਆਂ ਵੈਦਿਕ, ਸੰਸਕ੍ਰਿਤੀ ਅਤੇ ਪ੍ਰਾਕ੍ਰਿਤਾਂ ਇਹ ਧਾਰਮਿਕ ਤੌਰ 'ਤੇ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈਆਂ ਜਿਵੇਂ ਪੰਡਤ ਜਾਂ ਜਿਹੜੇ ਸੰਤ ਸੀ, ਤਾਂ ਉਹੀ ਇਹਨਾਂ ਨੂੰ ਵਰਤ ਸਕਦੇ ਸੀ, ਬੋਲ ਸਕਦੇ ਸੀ ਅਤੇ ਆਮ ਲੋਕਾਂ ਤੋਂ ਉਹ ਦੂਰ ਹੋ ਗਈ। ਉਸ ਤੋਂ ਬਾਅਦ ਭਾਸ਼ਾਵਾਂ ਅਪਭ੍ਰੰਸ਼ ਭਾਸ਼ਾਵਾਂ ਦੇ ਵਿੱਚ ਤਬਦੀਲ ਹੋ ਗਈਆਂ। ਅਪਭ੍ਰੰਸ਼ ਦਾ ਮਤਲਬ ਹੁੰਦਾ ਹੈ ਵਿਗੜਿਆ ਹੋਇਆ ਰੂਪ। ਸੋ ਉਸ ਤੋਂ ਬਾਅਦ ਭਾਸ਼ਾਵਾਂ ਦੇ ਜਿਹੜੇ ਰੂਪ ਨੇ ਉਹਨਾਂ ਦੇ ਕਾਫੀ ਬਦਲ ਗਏ, ਤਾਂ ਉਹਨਾਂ ਦੇ ਵਿੱਚੋਂ ਸ਼ੋਰ ਸ਼ੈਨੀ ਦੇ ਵਿੱਚੋਂ ਕਿਤੇ ਪੰਜਾਬੀ ਜਾ ਕੇ ਉਤਪੰਨ ਹੋਈ ਹੈ। ਇਹ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਤਿਹਾਸ 'ਤੇ ਝਾਕ ਮਾਰੀ ਹੈ। ਸੋ ਉਹਦੇ 'ਤੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ, ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ। ਸੋ ਅੱਜ ਆਪਾਂ ਲਿਪੀ ਦੀ ਗੱਲ ਕਰ ਰਹੇ ਹਾਂ। ਜੋ ਤੁਹਾਡੇ ਅੱਗੇ ਮੈਂ ਤੁਹਾਨੂੰ ਇੱਕ ਤਸਵੀਰ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਊੜੇ ਤੋਂ ਡਾੜੇ ਤੱਕ ਜਿੰਨੇ ਵੀ ਲਿਪੀ ਦੇ ਚਿੰਨ੍ਹ ਨੇ, ਪੰਜਾਬੀ ਗੁਰਮੁਖੀ ਲਿਪੀ ਦੇ ਚਿੰਨ੍ਹ ਨੇ, ਇਹ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਨੂੰ ਸੋਧ ਕੇ ਆਦਰਸ਼ ਬਣਾ ਕੇ ਇੱਕ ਪੰਜਾਬੀ ਭਾਸ਼ਾ ਨੂੰ ਇਹ ਲਿਪੀ ਦਿੱਤੀ। ਅਤੇ ਗੁਰਮੁਖੀ ਲਿਪੀ ਬਹੁਤ ਹੀ ਪ੍ਰਾਚੀਨ ਲਿਪੀ ਹੈ ਜਿਹਦੇ ਵਿੱਚ 15 ਅੱਖਰ ਟਾਕਰੀ ਦੇ ਅਤੇ 7 ਸ਼ਾਰਦਾ ਦੇ ਹਨ। ਅਤੇ ਜਦੋਂ ਇਹਦੇ ਵਿੱਚ 41 ਸ਼ਬਦ ਆਪਾਂ ਵਰਨਮਾਲਾ ਕਹਿੰਦੇ ਹਾਂ ਤਾਂ ਕੁਛ ਫਾਰਸੀ ਦੇ ਸ਼ਬਦ ਵੀ ਇਹਦੇ ਵਿੱਚ ਨਵੀਨ ਵਰਗ ਸ਼ਾਮਲ ਹੋ ਗਿਆ, ਮਤਲਬ 35 ਪਲੱਸ ਜਿਹੜੇ ਹੋਰ ਫਾਰਸੀ ਦੇ ਭਾਸ਼ਾ ਦੇ ਜਿਹੜੇ ਆਪਾਂ ਸ਼ਬਦ ਲਏ ਨੇ। ਅਤੇ ਪੰਜਾਬੀ ਭਾਸ਼ਾ ਲਿਖਣ ਲਈ ਇਹ ਸਭ ਤੋਂ ਢੁਕਵੀਂ ਲਿਪੀ ਹੈ ਅਤੇ ਬ੍ਰਹਮੀ ਪਰਿਵਾਰ ਦੇ ਵਿੱਚੋਂ ਇਹ ਲਿਪੀ ਵਿਕਸਿਤ ਹੋਈ ਹੈ। ਸੋ ਇਹ ਸੀ ਥੋੜ੍ਹੀ ਜਿਹੀ ਇਤਿਹਾਸ ਦੀ ਗੱਲ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ
ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਮੁੱਖ ਲਿਪੀ ਹੈ। ਪੰਜਾਬੀ ਭਾਸ਼ਾ ਲਿਖਣ ਲਈ ਜੋ ਚਿੰਨ੍ਹ ਅਸੀਂ ਵਰਤਦੇ ਹਾਂ ਉਹ ਗੁਰਮੁਖੀ ਲਿਪੀ ਦੇ ਅੱਖਰ ਨੇ। ਇਹ ਲਿਪੀ ਵਿੱਚ ਪੰਜਾਬੀ ਭਾਸ਼ਾ ਦਾ ਸਾਹਿਤ ਲਿਖਿਆ ਗਿਆ ਹੈ। ਗੁਰਮੁਖੀ ਦਾ ਅਰਥ ਹੈ ਗੁਰੂ ਦੇ ਮੂੰਹੋਂ ਨਿਕਲਣ ਵਾਲੀ ਬੋਲੀ। ਗੁਰਮੁਖੀ ਸਭ ਤੋਂ ਪਹਿਲਾਂ ਸਿੱਖ ਦੂਜੇ ਗੁਰੂ ਅੰਗਦ ਦੇਵ ਜੀ ਦੁਆਰਾ ਪ੍ਰਵਾਨ ਕੀਤੀ ਗਈ। ਗੁਰਮੁਖੀ ਦੇ ਸਵਰ ਅੱਖਰ ਇਸ ਪ੍ਰਕਾਰ ਹਨ, ਜੋ ਮੈਂ ਤੁਹਾਨੂੰ ਇੱਕ ਨਮੂਨੇ ਦੇ ਵਜੋਂ ਇਹਦੇ ਤਸਵੀਰ ਦੇ ਵਿੱਚ ਦਿਖਾਏ ਨੇ। ਸੋ ਇਹ ਗੁਰੂਆਂ ਜੀ ਆਪਾਂ ਕਹੀਏ ਜੇ ਗੁਰੂ ਸਾਹਿਬਾਨਾਂ ਨੇ ਇਹ ਲਿਪੀ ਬਣਾਈ ਨਹੀਂ, ਉਹਨਾਂ ਨੇ ਇਹ ਸੋਧ ਕੇ ਉਹਨਾਂ ਦੇ ਮੁੱਖ ਦੇ ਵਿੱਚੋਂ ਜਿਹੜੇ ਇਹ ਅੱਖਰ ਨਿਕਲੇ ਨੇ ਉਹਨਾਂ ਨੇ ਇਸ ਨੂੰ ਆਦਰਸ਼ ਲਿਪੀ ਬਣਾਇਆ। ਸੋ ਇਸ ਤੋਂ ਬਾਅਦ ਮਨੁੱਖੀ ਖਿਆਲਾਂ ਦਾ ਲਿਬਾਸ ਬੋਲੀ ਹੈ, ਬੋਲੀ ਦਾ ਲਿਬਾਸ ਲਿਪੀ ਹੈ। ਪੰਜਾਬੀ ਲਿਪੀ ਦੁਨੀਆ ਦੀਆਂ ਪ੍ਰਾਚੀਨ ਲਿਪੀਆਂ ਵਿੱਚੋਂ ਇੱਕ ਹੈ। ਇਸ ਦਾ ਵਿਕਾਸ ਸ਼ਾਰਦਾ ਅਤੇ ਟਾਕਰੀ ਲਿਪੀ ਤੋਂ ਹੋਇਆ ਕਿਹਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਕਈ ਸਦੀਆਂ ਪਹਿਲਾਂ ਇਸ ਦਾ ਪ੍ਰਯੋਗ ਪ੍ਰਚਲਿਤ ਸੀ। ਵਪਾਰੀ ਲੋਕ, ਇੱਥੇ ਲੋਕ ਪਾ ਲਿਓ ਤੁਸੀਂ, ਲੋਕ ਸ਼ਬਦ ਜਿਹੜਾ ਗਲਤ ਹੈ, ਦੀ ਵਰਤੋਂ ਸ਼ਾਰਟ ਹੈਡ ਦੇ ਰੂਪ ਵਿੱਚ ਕਰਦੇ ਸਨ, ਜਿਸ ਨੂੰ ਲੰਡੇ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਇਸ ਦੇ ਅੱਖਰਾਂ ਦਾ ਉਚਾਰਨ ਪੱਟੀ ਨਾਮ ਦੀ ਬਾਣੀ ਵਿੱਚ ਕੀਤਾ ਹੈ। ਦੂਜੇ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਅੱਖਰਾਂ ਦੀ ਬਣਾਵਟ ਸਰਲ ਅਤੇ ਸੁੰਦਰ ਬਣਾਈ ਹੈ। ਇਸ ਦਾ ਆਧੁਨਿਕ ਰੂਪ ਹੈ, ਜਿਸ ਕਰਕੇ ਇਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਦੁਨੀਆ ਦੀ ਕਿਸੇ ਵੀ ਲਿਪੀ ਨੂੰ ਇਸ ਲਿਪੀ ਵਿੱਚ ਆਸਾਨੀ ਨਾਲ ਲਿਖਿਆ ਜਾ ਸਕਦਾ ਹੈ। ਕਾਫੀ ਸਰਲ ਹੋਣ ਕਾਰਨ ਇਸ ਦੀ ਟਾਈਪਿੰਗ ਬਹੁਤ ਤੇਜ਼ੀ ਨਾਲ ਹੁੰਦੀ ਹੈ। ਅੱਖਰਾਂ ਦੀ ਬਣਾਵਟ ਗੋਲ ਹੋਣ ਕਰਕੇ ਇਸ ਦੀ ਗਿਣਤੀ ਸੰਸਾਰ ਦੀਆਂ ਸੁੰਦਰ ਲਿਪੀਆਂ ਵਿੱਚ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ, ਜਿਸ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਰਬ ਸਾਂਝਾ ਅਤੇ ਸੰਦੀਵੀ ਸੱਚ ਹੈ, ਗੁਰਮੁਖੀ ਲਿਪੀ ਵਿੱਚ ਲਿਖਿਆ ਹੋਇਆ ਹੈ। ਪੰਜਾਬੀ ਦੀ ਵਰਣਮਾਲਾ ਵਿੱਚ 35 ਅੱਖਰ ਹਨ, ਇਸ ਕਰਕੇ ਇਸ ਨੂੰ 35 ਅੱਖਰ ਕਿਹਾ ਜਾਂਦਾ ਹੈ। 35 ਅੱਖਰੀ ਇਹਨੂੰ ਆਪਾਂ ਕਹਿਣੇ ਆ। ਇਹ ਅੱਖਰ ਜਿਹੜੇ ਮੈਂ ਤੁਹਾਨੂੰ ਪਿਛਲੀ ਸਲਾਈਡ ਦੇ ਵਿੱਚ ਦਿਖਾਏ ਸੀ। ਗੁਰਮੁਖੀ ਲਿਪੀ ਸਿੱਖੀ ਦੀ ਸਿੱਖ ਭਾਸ਼ਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਲਿਖੀ ਹੋਈ ਹੈ। ਸ਼ਬਦ ਗੁਰਮੁਖੀ ਦਾ ਅਰਥ ਹੈ ਗੁਰੂ ਦੇ ਮੂੰਹੋਂ। ਦੂਜਾ, ਸਿੱਖ ਗੁਰੂ ਅੰਗਦ ਦੇਵ ਜੀ ਨੇ ਰੋਜ਼ਾਨਾ ਧਰਮ ਗ੍ਰੰਥ ਪੜ੍ਹਨ ਉੱਤੇ ਜ਼ੋਰ ਦਿੱਤਾ। ਉਹਨਾਂ ਨੇ 16ਵੀਂ ਸਦੀ ਵਿੱਚ ਇੱਕ ਸਕ੍ਰਿਪਟ ਤੋਂ ਫੈਨੇਟਿਕ ਸਕ੍ਰਿਪਟ ਵਿਕਸਿਤ ਕੀਤੀ, ਜੋ ਆਮ ਵਿਅਕਤੀ ਦੁਆਰਾ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਗੁਰੂ ਅੰਗਦ ਦੇਵ ਜੀ ਨੇ ਆਪਣੇ ਪੂਰਵਜ ਗੁਰੂ ਨਾਨਕ ਦੇਵ ਜੀ ਗੁਰਮੁਖੀ ਵਿੱਚ ਰਚਨਾਵਾਂ ਲਿਖੀਆਂ ਸਨ। ਪ੍ਰਾਚੀਨ ਗੁਰਮੁਖੀ ਭਾਸ਼ਾ ਦੇ ਸ਼ਬਦ ਆਧੁਨਿਕ ਪੰਜਾਬੀ ਦੇ ਸਮਾਨ ਹਨ, ਪਰ ਵਿਆਕਰਨ ਪੂਰਨ ਤੌਰ 'ਤੇ ਇਸ ਵਿੱਚ ਭਿੰਨਤਾ ਹੈ, ਜੋ ਕਿ ਇੱਕ ਕਾਵਿਕ ਬੋਲੀ ਦੀ ਭਾਸ਼ਾ ਹੈ। ਪੰਜਾਬੀ ਲਿਖੇ ਅੱਖਰ ਵਿੱਚ ਅਤੀ ਆਧੁਨਿਕ ਦਿਨ ਵੀ ਸ਼ਾਮਲ ਹਨ, ਜਿਹੜੇ ਗੁਰਮੁਖੀ ਲਿਪੀ ਵਿੱਚ ਸ਼ਾਮਲ ਨਹੀਂ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥਾਂ ਵਿੱਚ ਦਰਜ ਨਹੀਂ ਹਨ। ਸੋ ਹੁਣ ਆਪਾਂ ਇਹ ਤਾਂ ਇਤਿਹਾਸ ਬਾਰੇ ਪੜ੍ਹਿਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਅਸੀਂ ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਲਿਪੀ ਵਰਤਦੇ ਹਾਂ, ਉਸ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਇਹ ਇੱਕ ਆਦਰਸ਼ ਲਿਪੀ ਮੰਨੀ ਜਾ ਸਕਦੀ ਹੈ, ਕਿਉਂਕਿ ਆਪਾਂ ਦੇਖਿਆ ਵੀ ਇਹਦੇ ਜਿਹੜੇ ਅੱਖਰ ਨੇ ਬੜੇ ਸੁੰਦਰ ਨੇ ਅਤੇ ਬੜੇ ਹੀ ਸਰਲ ਨੇ ਅਤੇ ਸਪਸ਼ਟ ਨੇ, ਕਿਉਂਕਿ ਜਿਹੜੇ ਚਿੰਨ੍ਹਾਂ ਦੀ ਬਣਤਰ ਹੈ ਉਹ ਬਹੁਤ ਸਰਲ ਹੈ, ਸਪਸ਼ਟ ਅਤੇ ਸੋਹਣੀ ਹੈ, ਅਤੇ ਜਿਸ ਨੂੰ ਆਸਾਨੀ ਦੇ ਨਾਲ ਅਸੀਂ ਲਿਖ ਸਕਦੇ ਹਾਂ, ਬੋਲ ਸਕਦੇ ਹਾਂ, ਅਤੇ ਇਸ ਕਰਕੇ ਇਸ ਨੂੰ ਅਸੀਂ ਆਦਰਸ਼ ਲਿਪੀ ਕਹਿੰਦੇ ਹਾਂ। ਗੁਰਮੁਖੀ ਲਿਪੀ ਵਿੱਚ ਇੱਕ ਵੀ ਅੱਖਰ ਫਾਲਤੂ ਨਹੀਂ ਹੈ, ਭਾਵ ਜਿੰਨੇ ਵੀ ਇਹਦੇ ਵਿੱਚ ਅੱਖਰ ਸ਼ਾਮਲ ਕੀਤੇ ਗਏ ਹਨ, ਚਿੰਨ੍ਹ ਸ਼ਾਮਲ ਕੀਤੇ ਗਏ ਹਨ, ਸਾਰਿਆਂ ਦਾ ਆਪਣਾ ਆਪਣਾ ਅਰਥ ਨਿਕਲਦਾ ਹੈ। ਤਾਂ ਆਪਾਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਫਾਲਤੂ ਅੱਖਰ ਹਨ, ਪਰ ਕੁਛ ਅੱਖਰ ਹੈ ਜਿਨ੍ਹਾਂ ਦੀ ਥੋੜ੍ਹੀ ਜਿਹੀ ਘੱਟ ਵਰਤੋਂ ਹੁੰਦੀ ਹੈ, ਪਰ ਕਿਤੇ ਨਾ ਕਿਤੇ ਉਹ ਜ਼ਰੂਰ ਵਰਤੇ ਜਾਂਦੇ ਨੇ। ਗੁਰਮੁਖੀ ਲਿਪੀ ਇੱਕ ਧੁਨੀ ਲਿਖਣ ਲਈ ਇੱਕ ਅੱਖਰ ਹੈ। ਗੁਰਮੁਖੀ ਲਿਪੀ ਦੇ ਜਿੰਨੇ ਅੱਖਰ ਹੈ ਉਹਨਾਂ ਦੀਆਂ ਧੁਨੀਆਂ, ਜਿਵੇਂ ਸਵਰ ਹੈ ਊੜਾ ਆੜਾ ਈੜੀ, ਜਿਨ੍ਹਾਂ ਨੂੰ ਆਪਾਂ ਸਵਰ ਵਾਹਕ ਵੀ ਕਹਿੰਦੇ ਹਾਂ। 10 ਸਵਰ ਧੁਨੀਆਂ ਉਹਦੇ ਤੋਂ ਜਿਹੜੀਆਂ ਤਿਆਰ ਹੁੰਦੀਆਂ ਅਤੇ ਜਿਹਦੇ ਸਹਾਰੇ ਅਸੀਂ ਵਿਅੰਜਨਾਂ ਨੂੰ ਉਚਾਰਦੇ ਹਾਂ। ਇਹ ਲਿਪੀ ਬੜੀ ਹੀ ਸ਼ੁੱਧ ਅਤੇ ਪੁਰਾਣੀ ਲਿਪੀ ਹੈ। ਗੁਰਮੁਖੀ ਲਿਪੀ ਵਿੱਚ ਸਵਰਾਂ ਦੀ ਭਿੰਨ ਭਿੰਨ ਅੱਖਰ ਹੈ। ਸੋ ਹੁਣ ਆਪਾਂ ਗੱਲ ਕਰੀਏ, ਗੁਰਮੁਖੀ ਲਿਪੀ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਸਫਲ ਲਿਪੀ ਹੈ ਪੰਜਾਬੀ ਭਾਸ਼ਾ ਲਿਖਣ ਲਈ। ਅਸੀਂ ਹੋਰਨਾਂ ਭਾਸ਼ਾਵਾਂ ਨੂੰ ਵੀ ਇਸ ਲਿਪੀ ਦੇ ਨਾਲ ਸੌਖੇ ਤਰੀਕੇ ਨਾਲ ਸਿੱਖ ਸਕਦੇ ਹਾਂ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ 'ਤੇ ਦੱਸਾਂ, ਜਿਹੜੇ ਬੱਚੇ ਅੰਗਰੇਜ਼ੀ ਸਿੱਖਦੇ ਹੈ ਤਾਂ ਉਹ ਵੀ ਪੰਜਾਬੀ ਦੇ ਇਹਨਾਂ ਅੱਖਰਾਂ ਦੇ ਨਾਲ ਉਹਨਾਂ ਨੂੰ ਬੋਲਣਾ ਸਿੱਖ ਸਕਦੇ ਹੈ, ਕਿਉਂਕਿ ਇਹ ਉਹਦੇ ਨਾਲ ਹੈਲਪ ਕਰਦੀ ਹੈ ਸ਼ਬਦਾਂ ਨੂੰ ਬੋਲਣ ਲਈ, ਕਿਉਂਕਿ ਇਸ ਰਾਹੀਂ ਅਸੀਂ ਕਿਸੇ ਵੀ ਭਾਸ਼ਾ ਨੂੰ ਆਸਾਨੀ ਦੇ ਨਾਲ ਸਿੱਖ ਸਕਦੇ ਹਾਂ। ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਗੁਰਮੁਖੀ ਲਿਪੀ ਇੱਕ ਸਫਲ
ਆਦਰਸ਼ ਲਿਪੀ ਹੈ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਦੁਆਰਾ ਸੋਧ ਕੇ ਸਾਡੀ ਪੰਜਾਬੀ ਭਾਸ਼ਾ ਲਈ ਉਚਿਤ ਸਮਝਿਆ ਗਿਆ। ਸੋ ਇਹ ਜਿਹੜੀਆਂ ਇਹਦੀਆਂ ਕਾਫੀ ਵਿਸ਼ੇਸ਼ਤਾਵਾਂ ਨੇ ਜੋ ਤੁਹਾਡੇ ਅੱਗੇ ਮੈਂ ਸਕਰੀਨ ਸ਼ੇਅਰ ਕੀਤੀ ਹੈ, ਬਹੁਤ ਪੁਰਾਣੀ ਹੈ ਅਤੇ ਸਾਰਿਆਂ ਦੀ ਜਿਹੜੀ ਬਣਤਰ ਅੱਛੀ ਹੈ, ਚੰਗੀ ਹੈ ਅਤੇ ਹਰ ਇੱਕ ਅੱਖਰ ਜਿਹੜਾ ਆਪਣੀ ਇੱਕ ਸੁਰ ਦੇ ਵਿੱਚ ਪੈਦਾ ਹੁੰਦਾ ਅਤੇ ਹਰ ਧੁਨੀ ਲਿਖਣ ਲਈ ਇੱਕ ਅੱਖਰ ਜਿਹੜਾ ਇਹਦੇ ਵਿੱਚ ਤਿਆਰ ਕੀਤਾ ਗਿਆ। ਸੋ ਲਾਸਟ 'ਤੇ ਮੈਂ ਇਹੀ ਕਹਿਣੀ ਆ ਵੀ ਪੰਜਾਬੀ ਦੀਆਂ ਬਾਕੀ ਵੀ ਵੀਡੀਓਜ਼ ਆਪਾਂ ਇਸ 'ਤੇ ਅਪਲੋਡ ਕਰਾਂਗੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।